ਅੱਜ ਦੀ ਜੋ ਮੈਂ ਵੀਡੀਓ ਬਣਾਉਣ ਲੱਗਿਆ ਹਾਂ ਉਸ ਦੇ ਵਿੱਚ ਸੈਕਸ਼ਨ 9 ਹਿੰਦੂ ਮੈਰਿਜ ਐਕਟ ਦੇ ਬਾਰੇ ਜਾਣਕਾਰੀ ਦਿਆਂਗਾ। ਇਸ ਦੇ ਤੁਹਾਨੂੰ ਕੀ ਫਾਇਦੇ ਹੋ ਸਕਦੇ ਹਨ ਤੇ ਕੀ ਨੁਕਸਾਨ ਹੋ ਸਕਦੇ ਹਨ ਅਤੇ ਸੈਕਸ਼ਨ 9 ਹਿੰਦੂ ਮੈਰਿਜ ਐਕਟ ਕਿਸ ਦੇ ਸੰਬੰਧ ਵਿੱਚ ਬਣੀ ਹੋਈ ਹੈ। ਇੱਕ ਗੱਲ ਜਿਹੜੀ ਹੈ ਬੜੇ ਧਿਆਨ ਨਾਲ ਸੁਣ ਲਿਓ, ਜਿਹੜੀ ਵੀ ਲਿਟੀਗੇਸ਼ਨ ਹੈ, ਜੋ भी इंसान मुकदमेबाजी ਦੇ ਵਿੱਚ ਉਲਝ ਜਾਂਦਾ ਹੈ ਉਹ ਕਦੇ ਬੈਨੀਫੀਸ਼ੀਅਲ ਨਹੀਂ ਹੋ ਸਕਦੀ। ਲਿਟੀਗੇਸ਼ਨ ਉਦੋਂ ਹੀ ਸ਼ੁਰੂ ਕਰੋ ਜਦੋਂ ਦੇਖਿਆ ਵੀ ਤੁਹਾਡੇ ਕੋਲ ਹੁਣ ਕੋਈ ਚਾਰਾ ਨਹੀਂ ਹੈ। ਇਸ ਕਰਕੇ ਤੁਸੀਂ ਲਿਟੀਗੇਸ਼ਨ ਦੇ ਵਿੱਚ ਉਦੋਂ ਜਾਓ। ਜਦੋਂ ਵੀ ਲਿਟੀਗੇਸ਼ਨ ਦੇ ਵਿੱਚ ਜਾਣਾ ਹੈ ਤਾਂ ਬੜੀ ਸੋਚ ਵਿਚਾਰ ਕਰਕੇ ਫਿਰ ਜਿਹੜੀ ਤੁਸੀਂ ਲਿਟੀਗੇਸ਼ਨ ਜਿਹੜੀ ਹੈ ਸਟਾਰਟ ਕਰਨੀ ਹੈ, ਕਿਉਂਕਿ ਅਗਰ ਤੁਸੀਂ ਕੋਈ ਲਿਟੀਗੇਸ਼ਨ ਦੇ ਵਿੱਚ ਜਾਂ ਮੁਕੱਦਮੇਬਾਜ਼ੀ ਦੇ ਵਿੱਚ ਕੋਈ ਗਲਤ ਸਟੈਪ ਚੁੱਕ ਲਿਆ ਤਾਂ ਤੁਹਾਨੂੰ ਉਹ ਕਈ ਸਾਲਾਂ ਤੱਕ ਤੁਹਾਡਾ ਪੈਸਾ, ਤੁਹਾਡਾ ਵਕਤ ਜਿਹੜਾ ਹੈ ਬਰਬਾਦ ਹੋਏਗਾ। ਜੋ ਪੈਸਾ ਜਾਂ ਵਕਤ ਤੁਸੀਂ ਆਪਣੇ ਘਰ ਨੂੰ ਸੰਵਾਰਨ ਵਾਸਤੇ ਲਗਾ ਸਕਦੇ ਸੀ, ਆਪਣੇ ਲਈ ਪੋਜ਼ਿਟਿਵ ਕੁਝ ਤੁਸੀਂ ਅਰਨ ਕਰਨ ਵਾਸਤੇ ਬਣਾ ਸਕਦੇ ਸੀ, ਉਸ ਵਕਤ ਨੂੰ ਜਿਹੜਾ ਹੈ ਮੁਕੱਦਮੇਬਾਜ਼ੀ ਦੇ ਵਿੱਚ ਬਰਬਾਦ ਹੁੰਦੇ ਵਕਤ ਨਹੀਂ ਲੱਗਦਾ। ਇਸ ਕਰਕੇ ਜਦੋਂ ਵੀ ਕੋਈ ਵੀ ਕਾਰਵਾਈ ਕਰਨੀ ਹੈ ਤਾਂ ਉਸ ਨੂੰ ਪਹਿਲਾਂ ਸੋਚ ਵਿਚਾਰ ਕੇ ਫਿਰ ਉਸ ਦਾ ਜਿਹੜਾ ਹੈ ਸਟੈਪ ਚੁੱਕਿਓ, ਕਿਉਂਕਿ ਹਰ ਕੇਸ ਦੇ ਜਿਹੜੇ ਹਾਲਾਤ ਨੇ ਉਹ ਵੱਖਰੇ ਵੱਖਰੇ ਹੁੰਦੇ ਹਨ। ਕਿਸ ਹਾਲਾਤ ਦੇ ਵਿੱਚ ਕੀ ਕਾਰਵਾਈ ਕਰਨੀ ਚਾਹੀਦੀ ਹੈ ਉਸ ਬਾਰੇ ਜਿਹੜੀ ਹੈ ਪੱਕੀ ਸਲਾਹ ਆਪਣੇ ਆਪ ਨਾਲ ਕਰ ਲਿਓ ਅਤੇ ਕਿਸੇ ਅੱਛੇ ਵਕੀਲ ਤੋਂ ਜਿਹੜੀ ਹੈ ਰਾਏ ਲੈ ਕੇ ਫਿਰ ਹੀ ਜਿਹੜਾ ਤੁਸੀਂ ਉਹ ਸਟੈਪ ਚੁੱਕਿਓ। ਸੈਕਸ਼ਨ 9 ਹਿੰਦੂ ਮੈਰਿਜ ਐਕਟ ਦੇ ਵਿੱਚ ਜੋ ਹੈ ਉਹ ਹੈ ਰੈਸਟੀਟਿਊਸ਼ਨ ਆਫ ਕੰਜੂਗਲ ਰਾਈਟਸ, ਜਿਹਨੂੰ ਕਈਆਂ ਵਾਰ ਅਸੀਂ ਸ਼ਾਰਟ ਦੇ ਵਿੱਚ RCR ਵੀ ਕਹਿ ਦਿੰਦੇ ਹਾਂ। ਇਹ ਉਦੋਂ ਕੀਤੀ ਜਾਂਦੀ ਹੈ ਜਦੋਂ ਕਿਸੇ ਦੀ ਪਤੀ ਜਾਂ ਪਤਨੀ ਆਪਸ ਦੇ ਵਿੱਚ ਨਾਰਾਜ਼ ਹੋ ਗਏ ਹਨ ਅਤੇ ਜਿਹੜਾ ਪਤੀ ਹੈ ਆਪਣੀ ਪਤਨੀ ਨੂੰ ਘਰ ਵਾਪਸ ਲਿਆਉਣਾ ਚਾਹੁੰਦਾ ਹੈ ਅਤੇ ਉਸ ਨਾਲ ਆਪਣਾ ਘਰ ਦੁਬਾਰਾ ਵਸਾਉਣਾ ਚਾਹੁੰਦਾ ਹੈ, ਤਾਂ ਉਸ ਵੱਲੋਂ ਜਿਹੜਾ ਹੈ ਰੈਸਟੀਟਿਊਸ਼ਨ ਆਫ ਕੰਜੂਗਲ ਰਾਈਟਸ ਜਾਂ ਘਰ ਵਸਾਉਣ ਦਾ ਕੇਸ ਕੀਤਾ ਜਾਂਦਾ ਹੈ। ਸੈਕਸ਼ਨ 9 ਜਿਹੜਾ ਕੇਸ ਹੈ ਇਹ ਬਹੁਤ ਹੀ ਸਮਝਦਾਰੀ ਨਾਲ ਕਰਨਾ ਚਾਹੀਦਾ ਹੈ। ਜਿਹੜੀ ਲੀਗਲ ਐਡਵਾਈਸ ਹੈ ਜਾਂ ਕਚਹਿਰੀਆਂ ਦਾ ਜਿਹੜਾ ਰੀਕੋਰਸ ਅਸੀਂ ਲੈਂਦੇ ਹਾਂ ਉਸ ਦਾ ਜਿਹੜਾ ਹੈ ਇਨਸਾਨ ਦੀ ਜ਼ਿੰਦਗੀ ਦਾ ਇੱਕ ਬਹੁਤ ਮਹੱਤਵਪੂਰਨ ਆਸਪੈਕਟ ਹੈ, ਅੰਗ ਹੈ। ਜੇਕਰ ਵਕਤ 'ਤੇ ਤੁਹਾਨੂੰ ਕਿਸੇ ਵੀ ਵਕੀਲ ਕੋਲੋਂ ਪ੍ਰੋਪਰ ਐਡਵਾਈਸ ਮਿਲ ਜਾਂਦੀ ਹੈ ਤਾਂ ਤੁਹਾਡੀ ਜਿਹੜੀ ਹੈ ਬਹੁਤ ਜਿਹੜਾ ਕੁਝ ਹੈ ਸੰਵਾਰ ਜਾਂਦਾ ਹੈ, ਬਹੁਤ ਸਾਰੇ ਤੁਹਾਨੂੰ ਬਰਬਾਦ ਹੋਣ ਤੋਂ ਵੀ ਬਚਾ ਸਕਦਾ ਹੈ, ਲੇਕਿਨ ਬਸ਼ਰਤੇ ਜਿਹੜੀ ਹੈ ਉਸ ਦੇ ਵਿੱਚ ਤੁਹਾਨੂੰ ਪ੍ਰੋਪਰ ਗਾਈਡੈਂਸ ਮਿਲ ਜਾਵੇ। ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਪਤਨੀ ਨਾਲ ਕੋਈ ਬਹੁਤਾ ਝਗੜਾ ਨਹੀਂ ਹੁੰਦਾ ਅਤੇ ਉਹ ਰੁੱਸ ਕੇ ਜਿਹੜੀ ਹੈ ਆਪਣੇ ਪੇਕੇ ਚਲੀ ਜਾਂਦੀ ਹੈ ਅਤੇ ਪਤੀ ਦੇ ਲਈ ਹੋਰ ਪ੍ਰੋਬਲਮ ਆ ਜਾਂਦੀ ਹੈ ਵੀ ਇਹ ਹੁਣ ਰੁੱਸ ਕੇ ਚਲੀ ਗਈ ਤਾਂ ਪਤਾ ਨਹੀਂ ਉਹ ਮੇਰੇ 'ਤੇ ਕੀ ਕੇਸ ਕਰ ਦੇਵੇਗੀ। ਇਸ ਤੈਸ਼ ਦੇ ਵਿੱਚ ਆ ਕੇ, ਇਸ ਜਲਦਬਾਜ਼ੀ ਦੇ ਵਿੱਚ ਆ ਕੇ ਜਿਹੜਾ ਪਤੀ ਹੈ ਉਹ ਸੈਕਸ਼ਨ 9 ਰੈਸਟੀਟਿਊਸ਼ਨ ਆਫ ਕੰਜੂਗਲ ਰਾਈਟਸ ਦਾ ਜਿਹੜਾ ਕੇਸ ਦਾਇਰ ਕਰ ਦਿੰਦਾ ਹੈ ਅਤੇ ਕਈਆਂ ਵਾਰੀ ਕੁਝ ਵਕਤ ਜਿਹੜਾ ਹੈ ਬੀਤ ਜਾਂਦਾ ਹੈ ਔਰ ਵਕਤ ਬੀਤਣ ਤੋਂ ਬਾਅਦ ਜਿਵੇਂ 6 ਮਹੀਨੇ ਬਾਅਦ ਜਾਂ ਸਾਲ ਬਾਅਦ ਜਿਹੜਾ ਪਤੀ ਹੈ ਉਹ ਆਪਣੀ ਪਤਨੀ 'ਤੇ ਰੈਸਟੀਟਿਊਸ਼ਨ ਆਫ ਕੰਜੂਗਲ ਰਾਈਟਸ ਦਾ ਜਿਹੜਾ ਹੈ ਕੇਸ ਦਾਇਰ ਕਰ ਦਿੰਦਾ ਹੈ। ਉਸ ਕੇਸ ਦਾਇਰ ਕਰਨ ਦੇ ਨਾਲ ਹਾਲੇ ਜਦੋਂ ਕਿ ਪਤਨੀ ਨੇ ਕੋਈ ਕਾਰਵਾਈ ਨਹੀਂ ਕੀਤੀ ਹੁੰਦੀ ਤਾਂ ਪਤਨੀ ਨੂੰ ਇੱਕ ਰਾਸਤਾ ਮਿਲ ਜਾਂਦਾ ਹੈ, ਕਿਉਂਕਿ ਪਤਨੀ ਨੂੰ ਵੀ ਐਡਵਾਈਸ ਕਰਨ ਵਾਲੇ ਉਸਦੇ ਮਾਪੇ ਹੁੰਦੇ ਹਨ ਅਤੇ ਪਤਨੀ ਵੀ ਜਿਹੜੀ ਹੈ ਕੋਰਟ ਦੇ ਵਿੱਚ ਜਾ ਕੇ ਵਕੀਲ ਤੋਂ ਐਡਵਾਈਸ ਲੈ ਜਾਂਦੀ ਹੈ। ਇਸ ਕਰਕੇ ਜਦੋਂ ਪਤੀ ਸੈਕਸ਼ਨ 9 ਰੈਸਟੀਟਿਊਸ਼ਨ ਆਫ ਕੰਜੂਗਲ ਰਾਈਟਸ ਦਾ ਕੇਸ ਪਤਨੀ ਦੇ ਖਿਲਾਫ ਦਾਇਰ ਕਰ ਦਿੰਦਾ ਹੈ ਤਾਂ ਪਤਨੀ ਜਿਹੜੀ ਹੈ ਉਹ ਆਪਣੇ ਡਿਫੈਂਸ 'ਤੇ ਆ ਜਾਂਦੀ ਹੈ ਅਤੇ ਪਤੀ ਦੇ ਖਿਲਾਫ ਕਈ ਤਰ੍ਹਾਂ ਦੇ ਕੇਸ ਕਰ ਦਿੰਦੀ ਹੈ, ਕਿਉਂਕਿ ਪਤਨੀ ਨੂੰ ਕੇਸ ਕਰਨ ਵਾਸਤੇ ਬਹੁਤ ਕਾਨੂੰਨ ਦੇ ਵਿੱਚ ਹੈਗੇ ਹੈ। ਸੈਕਸ਼ਨ 125 ਕ੍ਰਿਮੀਨਲ ਪ੍ਰੋਸੀਜਰ ਕੋਡ ਮੇਨਟੇਨੈਂਸ ਦਾ ਕੇਸ ਕਰ ਸਕਦੀ ਹੈ। ਡੋਮੈਸਟਿਕ ਵਾਇਲੈਂਸ ਐਕਟ ਤਹਿਤ, ਜਿਹਨੂੰ ਕਹਿੰਦੇ ਪ੍ਰੋਟੈਕਸ਼ਨ ਆਫ ਏ ਵੂਮਨ ਫਰੋਮ ਡੋਮੈਸਟਿਕ ਵਾਇਲੈਂਸ ਐਕਟ ਦੇ ਤਹਿਤ ਕੇਸ ਕਰ ਸਕਦੀ ਹੈ ਅਤੇ ਪਤੀ ਅਤੇ ਉਸਦੇ ਪਰਿਵਾਰ ਦੇ ਖਿਲਾਫ 406 498 ਇੰਡੀਅਨ ਪੀਨਲ ਕੋਡ ਦੇ ਕੇਸ ਵੀ ਕਰ ਸਕਦੀ ਹੈ। ਇਸ ਤਰ੍ਹਾਂ ਪਹਿਲਾਂ ਤਾਂ ਪਤੀ ਨੇ ਇੱਕ ਕੇਸ ਕੀਤਾ ਹੁੰਦਾ ਹੈ ਲੇਕਿਨ ਉਸ ਨੂੰ ਕਈ ਤਰ੍ਹਾਂ ਦੇ ਜਿਹੜੇ ਕੇਸ ਹੈ ਉਹਦੇ 'ਤੇ ਹੋਰ ਪੈ ਜਾਂਦੇ ਹਨ। ਇਸ ਤਰ੍ਹਾਂ ਜਿਹੜਾ ਉਸਦਾ ਵਕਤ ਔਰ ਪੈਸਾ ਜਿਹੜਾ ਹੈ ਬਹੁਤ ਬਰਬਾਦ ਹੋ ਜਾਂਦਾ ਹੈ। ਮੈਂ ਹਮੇਸ਼ਾ ਇਹੀ ਐਡਵਾਈਸ ਕਰਦਾ ਹਾਂ ਹਸਬੈਂਡਸ ਨੂੰ, ਪਤੀਆਂ ਨੂੰ ਇਹੀ ਐਡਵਾਈਸ ਕਰਦਾ ਹਾਂ ਆਪਣੇ ਵੱਲੋਂ ਪਹਿਲ ਕਦੇ ਵੀ ਨਾ ਕਰੋ। ਜਦੋਂ ਕੋਈ ਪਤਨੀ
ਕੋਈ ਕਾਰਵਾਈ ਕਰੇਗੀ ਤਾਂ ਉਸ ਦੀ ਡਿਫੈਂਸ ਦੇ ਵਿੱਚ ਜਿਹੜਾ ਹੈ ਪਤੀ ਕੋਲ ਬਹੁਤ ਸਾਰੇ ਜਿਹੜੇ ਹੈ ਮੁੱਦੇ ਮਿਲ ਜਾਂਦੇ ਹਨ। ਉਹ ਉਸ ਨੂੰ ਕੋਰਟ ਦੇ ਵਿੱਚ ਜਾ ਕੇ ਜਿਹੜਾ ਹੈ ਦੱਸ ਸਕਦਾ ਹੈ ਵੀ ਮੇਰੀ ਕੋਈ ਗਲਤੀ ਨਹੀਂ ਹੈ, ਮੈਂ ਪਤਨੀ ਨੂੰ ਆਪਣੇ ਕੋਲ ਰੱਖਣਾ ਚਾਹੁੰਦਾ ਹਾਂ, ਮੇਰੀ ਪਤਨੀ ਆਪਣੇ ਆਪ ਜਿਹੜਾ ਹੈ ਘਰ ਛੱਡ ਕੇ ਚਲੀ ਗਈ ਹੈ। ਇਸ ਕਰਕੇ ਕੋਈ ਨਾ ਕੋਈ ਜਿਹੜੀ ਹੈ ਡਿਫੈਂਸ ਪਤੀ ਵੱਲੋਂ ਤਿਆਰ ਹੋ ਸਕਦੀ ਹੈ। ਲੇਕਿਨ ਜਦੋਂ ਤੁਸੀਂ ਸ਼ੁਰੂਆਤ ਜਾਂ ਹਸਬੈਂਡ ਜਦੋਂ ਸ਼ੁਰੂਆਤ ਕਰ ਦਿੰਦੇ ਹਨ ਤਾਂ ਉਹਨੂੰ ਕੇਸਾਂ ਦੇ ਵਿੱਚੋਂ ਬਚਣਾ ਜਿਹੜਾ ਹੈ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਜਿਸ ਤਰ੍ਹਾਂ ਮੈंने ਉੱਪਰ ਦੱਸਿਆ ਹੈ, ਹਰ ਕੇਸ ਦੇ ਜਿਹੜੇ ਹਾਲਾਤ ਹੈ ਉਹ ਵੱਖਰੇ ਵੱਖਰੇ ਹੁੰਦੇ ਹਨ। ਇਸ ਕਰਕੇ ਜਿਹੜਾ ਹੈ ਵੱਖਰੀ ਵੱਖਰੀ ਜਿਹੜੀ ਹੈ ਕਾਰਵਾਈ ਹੋ ਸਕਦੀ ਹੈ। ਜ਼ਿਆਦਾਤਰ ਪਤੀ ਵੱਲੋਂ ਅਗਰ ਕਾਰਵਾਈ ਨਾ ਕੀਤੀ ਜਾਵੇ ਤਾਂ ਉਸ ਨੂੰ ਜਿਹੜਾ ਹੈ ਬਹੁਤ ਬੈਨੀਫੀਸ਼ੀਅਲ ਹੋ ਸਕਦੀ। ਜਦੋਂ ਵੀ ਇਨਸਾਨ ਦੀ ਜ਼ਿੰਦਗੀ 'ਚ ਇਸ ਤਰ੍ਹਾਂ ਦਾ ਜਾਂ ਕੋਈ ਪਰਿਵਾਰਕ ਝਗੜਾ ਪਤੀ ਪਤਨੀਆਂ ਦੇ ਆਪਸ ਦੇ ਵਿੱਚ ਅਣਬਣ ਬਣ ਜਾਂਦੀ ਹੈ ਤਾਂ ਜਿਹੜਾ ਸਾਰਿਆਂ ਨਾਲੋਂ ਪਹਿਲਾ ਫੈਸਲਾ ਕੀਤਾ ਜਾਂਦਾ ਹੈ ਉਹ ਹੈ ਵੀ ਤੁਸੀਂ ਕਰਨਾ ਕੀ ਚਾਹੁੰਦੇ ਹੋ। ਜੇਕਰ ਤੁਸੀਂ ਪਤਨੀ ਨੂੰ ਆਪਣੇ ਨਾਲ ਰੱਖਣਾ ਚਾਹੁੰਦੇ ਹੋ ਔਰ ਤੁਹਾਡੇ ਅੰਦਰ ਇੱਕ ਸਿੰਸੀਅਰਿਟੀ ਹੈ ਕਿ ਵੀ ਤੁਸੀਂ ਪਤਨੀ ਨੂੰ ਆਪਣੇ ਕੋਲ ਰੱਖਣਾ ਚਾਹੁੰਦੇ ਹੋ ਤਾਂ ਹੀ ਸੈਕਸ਼ਨ 9 ਦੇ ਕੇਸ ਦਾ ਜਿਹੜਾ ਹੈ ਤੁਸੀਂ ਫਾਇਦਾ ਉਠਾ ਸਕਦੇ ਹੋ। ਅਗਰ ਜੇਕਰ ਤੁਹਾਨੂੰ ਕਿਸੇ ਨੇ ਐਡਵਾਈਸ ਕਰ ਦਿੱਤਾ ਕਿ ਵੀ ਤੁਸੀਂ ਮੇਨਟੇਨੈਂਸ ਤੋਂ ਬਚ ਜਾਓਗੇ ਜਾਂ ਤੁਹਾਨੂੰ ਇਹਦੇ ਨਾਲ ਹਾਲਾਤ ਹੋਰ ਪੈਦਾ ਹੋ ਜਾਣਗੇ, ਇਹੋ ਜਿਹਾ ਕੁਝ ਨਹੀਂ ਹੈ। ਅਗਰ ਤੁਸੀਂ ਸੈਕਸ਼ਨ 9 ਦਾ ਕੇਸ ਕਰ ਵੀ ਦਿੱਤਾ ਈਵਨ ਦੈਨ ਜਿਹੜਾ ਹੈ ਪਤੀ ਉਹ ਖਰਚੇ ਤੋਂ ਨਹੀਂ ਬਚ ਸਕਦਾ, ਖਰਚਾ ਉਸ ਨੂੰ ਦੇਣਾ ਹੀ ਪਏਗਾ। ਕਿਉਂ ਹੋ ਸਕਦਾ ਹੈ ਪਤਨੀ ਇਹ ਗੱਲ ਸਾਬਤ ਕਰ ਦੇਵੇ ਕਿ ਉਹ ਜੋ ਰਹਿ ਰਹੀ ਹੈ ਉਸ ਦੇ ਕਾਰਨ ਹਨ, ਵੱਖ ਰਹਿ ਰਹੀ ਹੈ ਉਸ ਦੇ ਕਾਰਨ ਹਨ। ਅਗਰ ਪਤਨੀ ਉਹ ਕਾਰਨਾਂ ਨੂੰ ਸ਼ੋਅ ਕਰ ਦਿੰਦੀ ਹੈ ਤਾਂ ਜਿਹੜਾ ਹੈ ਪਤੀ ਨੂੰ ਖਰਚਾ ਦੇਣਾ ਹੀ ਪਏਗਾ। ਇਸੇ ਤਰ੍ਹਾਂ ਸੈਕਸ਼ਨ 9 ਦੇ ਕੇਸ ਵਿੱਚ ਪਤਨੀ ਸੈਕਸ਼ਨ 24 ਹਿੰਦੂ ਮੈਰਿਜ ਐਕਟ ਦੇ ਤਹਿਤ ਵੀ ਮੇਨਟੇਨੈਂਸ ਕਲੇਮ ਕਰ ਸਕਦੀ ਹੈ। ਜਦੋਂ ਵੀ ਪਤੀ ਵੱਲੋਂ ਕੇਸ ਕੀਤਾ ਜਾਂਦਾ ਹੈ ਸੈਕਸ਼ਨ 9 ਦਾ ਤਾਂ ਸਾਰਿਆਂ ਨਾਲੋਂ ਪਹਿਲੀ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ ਉਹ ਹੈ ਪਤਨੀ ਸੈਕਸ਼ਨ 24 ਹਿੰਦੂ ਮੈਰਿਜ ਐਕਟ ਖਰਚੇ ਵਾਸਤੇ ਜਿਹੜਾ ਹੈ ਉसी ਕੇਸ ਦੇ ਵਿੱਚ ਐਪਲੀਕੇਸ਼ਨ ਲਗਾ ਦੇਗੀ ਔਰ ਜਿਹੜਾ ਹੈ ਇੰਟਰਮ ਮੇਨਟੇਨੈਂਸ ਹੈ ਜਿਹੜਾ ਹਰ ਕੇਸ ਦੇ ਵਿੱਚ ਲੱਗਦਾ ਹੈ। ਔਰ ਇਹ ਪੱਕਾ ਮੰਨ ਕੇ ਚੱਲੋ ਜਿਹੜਾ ਖਰਚਾ ਹੈ ਉਹ ਪਤੀ ਨੂੰ ਦੇਣਾ ਹੀ ਪੈਂਦਾ ਹੈ। ਖਰਚੇ ਤੋਂ ਬਚਣ ਦਾ ਕੋਈ ਉਪਾਅ ਨਹੀਂ ਹੈ। ਅਗਰ ਤੁਹਾਡੇ ਕੋਲ ਕੋਈ ਖਾਸ ਸਬੂਤ ਹਨ ਜਿਵੇਂ ਕਿ ਪਤਨੀ ਜਿਹੜੀ ਗਈ ਹੈ ਆਪਣੀ ਮਰਜ਼ੀ ਨਾਲ ਮਾਇਕੇ ਗਈ ਹੈ, पेके बैठी है और वो जानबूझ के नहीं आ रही और बहुत पीरियड निकल गया और उसने थोड़े खिलाफ कोई शिकायत नहीं की और तुसी जिहड़ा है फिर सैक्शन 9 के केस का जिहड़ा है उस वेले तुसी फायदा उठा सकते हो। जिहड़ा सैक्शन 9 हिंदू मैरिज एक्ट का है अगर पति वालों या पत्नी वालों वो केस दायर किया जाता है, अगर वो केस जिहड़ा है डिग्री हो जाता है उसका जिहड़ा सारिਆਂ नालों वड्डा फायदा ये हुंदा है कि 1 साल के बाद कोई भी धिर उस दे बेस ते जिहड़ा है तलाक मंग सकती है भी ये साडी डिग्री आपस दे विच पास होई सी, उस तो बाद 1 साल हो गया असी उस तो बाद इकट्ठे नहीं होए तां जिहड़ा है वो तलाक लैण दे विच जिहड़ा है पति नूं बेनीफिशियल हो सकता है। दूसरा कई केसां दे जिहड़े हालात हुंदे हन जिन्हां दे विच जिहड़ा है अगर डिग्री हो जाती है तो जिहड़ा है पति खर्चा देण तो बच सकता है। लेकिन जिस तरह मैंने तुहानूं दस्सिया है हर केस दे जिहड़े हालात ने वो वक्रे वक्रे हुंदे ने ते हर केस के हालातां नूं देख के ही जिहड़ी है कार्रवाई की जाती है। मेरी जो एडवाइस है जो मैं कहना हाँ हसबैंड्स नूं जां पतियां नूं ये एडवाइस देना हाँ भी जदों तक पत्नी कोई कार्रवाई नहीं करती उदों तक तुहाडे वल्लों कोई कार्रवाई नहीं होनी चाहिए किसी किस्म की भी, उस नाल जिहड़ा है ज़्यादा उलझना पैदा हो सकदियां। इसे तरह ही अगर तुहाडी अपनी कोई समस्या है तो तुसी मैनूं कमेंट बॉक्स दे विच लिख के भेजो। मेरी यही कोशिश होंदी है भी जो प्रैक्टिकल लैवल ते साडे नाल हो रहा है उस दे मुताबिक तुहानूं मैं सही रास्ता दिखा सकां तां जो थोड़ा जिहड़ा है वक्त और पैसा जिहड़ा है कचहरियां दे विच जिहड़ा लिटिगेशन दे विच बर्बाद ना होवे, उसी वक्त नूं और पैसे ने तुसी किसी अपने होर वधिया कम्मां लई जिहड़ा है खर्च सकते हो।